गुर का बचन बसै जी नाले, गुर का बचन बसै जी नाले। जल नहीं डूबै तस्कर नहीं लेवै, भाह ना साकै जाले। ਜਿਹਦੇ ਨਾਲ ਗੁਰੂ ਦਾ ਬਚਨ ਵਸਦਾ ਹੈ, ਭਾਵ ਜਿਹਦੇ ਹਿਰਦੇ ਵਿੱਚ ਗੁਰੂ ਦਾ ਵਚਨ ਵਸ ਜਾਂਦਾ ਹੈ, ਗੁਰੂ ਦਾ ਉਪਦੇਸ਼ ਮਨ ਵਿੱਚ ਧਾਰ ਕੇ ਜਿਹੜਾ ਕਮਾ ਲੈਂਦਾ ਹੈ, ਉਹਨੂੰ ਨਾ ਪਾਣੀ ਡੋਬ ਸਕਦਾ ਹੈ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਅਤੇ ਨਾ ਉਹਨੂੰ ਚੋਰੀ ਕੋਈ ਉਹਦੇ ਕਰ ਸਕਦਾ। ਕਿਵੇਂ? ਜੇ ਗੁਰੂ ਦਾ ਉਪਦੇਸ਼ ਹੈ ਕਿ ਤੂੰ ਸ਼ੁਭ ਕਰਮ ਕਰਨੇ ਨੇ, ਅਤੇ ਬਈ ਉਹ ਗੁਰੂ ਦੇ ਉਪਦੇਸ਼ ਨੂੰ, ਉਹ ਸ਼ੁਭ ਕਰਮਾਂ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਉਸ ਉਪਦੇਸ਼ ਨੂੰ, ਕਿਉਂਕਿ ਉਹ ਤਾਂ ਹਿਰਦੇ ਦੇ ਅੰਦਰ ਉਹ ਸੰਭਾਲੇ ਗਏ ਨੇ। ਅਤੇ ਫਿਰ ਉਹ ਉਪਦੇਸ਼ ਪਾਣੀ ਵਿੱਚ ਵੀ ਨਹੀਂ ਡੁੱਬ ਸਕਦਾ, ਉਸ ਉਪਦੇਸ਼ ਨੂੰ ਕੋਈ ਅੱਗ ਵਿੱਚ ਵੀ ਨਹੀਂ ਸਾੜ ਸਕਦਾ। ਸੋ ਸਾਧ ਸੰਗਤ ਜੀ, ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨਣਾ ਸ਼ੁਰੂ ਕਰੀਏ। ਅਤੇ ਗੁਰੂ ਦਾ ਉਪਦੇਸ਼ ਕੀ ਹੈ ਕਿ ਸ਼ੁਭ ਕਰਮ ਕਰ, ਹਰਿ ਕੋ ਨਾਮ ਜਪ ਨਿਰਮਲ ਕਰਮ। ਉਹ ਸ਼ੁਭ ਕਰਮ ਕਰਨੇ ਆਪਾਂ ਵੀ ਸ਼ੁਰੂ ਕਰੀਏ। ਜੇ ਆਪਾਂ ਗੁਰੂ ਦਾ ਬਚਨ ਮੰਨਾਂਗੇ ਤਾਂ ਫਿਰ ਸਤਿਗੁਰ ਹੋਏ ਦਇਆਲ ਸਰਦਾ ਪੂਰੀਏ, ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀਏ। ਜੇ ਗੁਰੂ ਦਿਆਲ ਹੋ ਜਾਵੇ, ਭਾਵ ਗੁਰੂ ਪ੍ਰਸੰਨ ਹੋਵੇ, ਤੇ ਫਿਰ ਝੋਰਾ ਨਹੀਂ ਹੁੰਦਾ। ਤੇ ਗੁਰੂ ਪ੍ਰਸੰਨ ਕਿਵੇਂ ਹੁੰਦਾ ਹੈ? सा सेवा कीती सफल है, जित सतगुर का मन मन्ने। जब सतगुर का मन मन्निया ता पाप कसम्बल भन्ने। उपदेश जे दिता सतगुरु, सो सुनिया सिक्खी कन्ने। सिक्खां ने अपने कन्नां नाल गुरु दा उपदेश सुनिया। वो उपदेश सुन के जदों सिक्खां ने कमाया ते फिर गुरु दियां खुशियां होईयां। सा सेवा कीती सफल है, जित सतगुर का मन मन्ने। सतगुरु ਦਾ ਮਨ ਜਿਹੜੀ ਸੇਵਾ ਨੂੰ ਕੀਤਿਆਂ ਮੰਨੇ, ਭਾਵ ਉਹ ਸੇਵਾ ਤੋਂ ਮਤਲਬ ਸਿਰਫ ਹੱਥਾਂ ਨਾਲ ਕਰਨਾ ਹੀ ਨਹੀਂ, ਸੇਵਾ ਬੜੇ ਪ੍ਰਕਾਰ ਦੀ ਹੈ। ਉਹ ਸੇਵਾ ਕੀਤਿਆਂ ਜਿਸ ਸਤਿਗੁਰੂ ਦਾ ਜਦੋਂ ਮਨ ਮੰਨਦਾ, ਉਸ ਨਾਲ ਸਤਿਗੁਰੂ ਖੁਸ਼ ਹੁੰਦਾ, ਤੇ ਫਿਰ ਸਤਿਗੁਰੂ ਖੁਸ਼ੀਆਂ ਦੇਵੇ, ਤੇ ਫਿਰ ਕਿਸੇ ਚੀਜ਼ ਦੀ ਕੋਈ ਇੱਛਾ, ਹਰ ਇੱਛਾ ਪੂਰੀ ਹੁੰਦੀ ਹੈ, ਕੋਈ ਇੱਛਾ ਨਹੀਂ ਰਹਿ ਜਾਂਦੀ, ਸਭ ਇੱਛਾ ਪੂਰੀਆਂ ਹੁੰਦੀਆਂ ਨੇ। ਪਰ ਸਾਧ ਸੰਗਤ ਜੀ, ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰੀਏ ਕਿ ਆਪਾਂ ਗੁਰੂ ਦੇ ਉਪਦੇਸ਼ ਨੂੰ ਕਿੰਨਾ ਕੁ ਸੁਣਦੇ ਹਾਂ, ਕਿੰਨਾ ਕੁ ਮੰਨਦੇ ਹਾਂ ਕਿ ਦੋ ਕੰਨਾਂ ਦਾ ਲਾਭ ਉਠਾਉਂਦੇ ਹਾਂ। ਇੱਕ ਕੰਨ ਥਾਣੀ ਪਾਇਆ ਅਤੇ ਦੂਜੇ ਥਾਣੀ ਕੱਢ ਦਿੱਤਾ। ਇੱਕ ਸੱਜਣ ਦਿੱਲੀ ਵਿੱਚ ਕਿਸੇ ਗੁਰਦੁਆਰੇ ਵਿੱਚ ਕੀਰਤਨ ਹਰ ਰੋਜ਼ ਕਰਦਾ ਸੀ। ਉਹ ਗੁਰਦੁਆਰੇ 'ਚ ਕੀਰਤਨ ਕਰਦਾ ਸੀ, ਅਤੇ ਹੁਣ ਗੁਰਦੁਆਰੇ ਦੇ ਵਿੱਚ ਜਦੋਂ ਕੀਰਤਨ ਕਰੀਏ, ਆਸਾਰੀ ਵਾਰ ਸਵੇਰੇ ਪੜ੍ਹਨੀ, ਅਤੇ ਆਸਾਰੀ ਵਾਰ ਦੇ ਵਿੱਚ ਆਉਂਦਾ ਮੰਦਾ ਕਿਸੇ ਨਾ ਆਖੀ ਹੈ, ਪਾੜੇ ਅੱਖਰ ਇਹੋ ਬੁਝੀ। ਆਸਾਰੀ ਵਾਰ 'ਚ ਇਹ ਵੀ ਆਉਂਦਾ, ਸੋ ਕਿਉਂ ਮੰਦਾ ਆਖੀ ਹੈ, ਜਿਤ ਜੰਮੈ ਰਾਜਾਨ। ਉਹ ਇਹੋ ਜਿਹੀਆਂ ਸਾਰੀਆਂ ਤੁਕਾਂ ਪੜ੍ਹ ਕੇ, ਅਰਦਾਸ ਕਰਕੇ ਸਾਲਾਂ ਬੱਧੀ ਪੜ੍ਹਦਾ ਰਿਹਾ, ਅਤੇ ਘਰ ਨੂੰ ਜਾ ਰਿਹਾ ਸੀ, ਅਤੇ ਰਾਜ ਮੋਬਾਈਲ 'ਤੇ ਆਪਣੇ ਘਰ ਵਾਲੀ ਨਾਲ ਲੱਗ ਪਿਆ। ਉਹਨੂੰ ਆਂਦਾ ਕੀ ਹੈ ਕਿ ਤੈਨੂੰ ਉਹ ਜਿਹੜਾ ਕੰਮ ਆਖਿਆ ਸੀ, ਉਹ ਮੇਰੇ ਆਉਂਦਿਆਂ ਨੂੰ ਕੀਤਾ ਹੋਣਾ ਚਾਹੀਦਾ। ਜੇ ਤੂੰ ਨਾ ਕੀਤਾ ਨਾ, ਅਤੇ ਦੋ ਚਾਰ ਗਾਲਾਂ ਮਾਵਾਂ ਭੈਣਾਂ ਦੀਆਂ ਕੱਢ ਕੇ ਤੇ ਉਹਨੂੰ ਆਂਦਾ ਕਿ ਆਉਂਦੇ ਹੀ ਤੇਰੇ ਜਿਹੜੇ ਗਿੱਟੇ ਗੋਡੇ ਤੇਰੇ ਭੰਨ ਦੇਣੇ ਨੇ। ਸੋ ਆਸਾ ਦੀ ਵਾਰ ਪੜ੍ਹਨ ਦਾ ਉਸ ਕੀਰਤਨੀਏ ਨੂੰ ਇੰਨਾ ਕੁ ਲਾਭ ਹੋਇਆ ਸੀ। ਇਹ ਉਹਦੇ 'ਤੇ ਉਂਗਲ ਚੁੱਕਣ ਦੀ ਲੋੜ ਨਹੀਂ, ਸਾਡਾ ਵੀ ਇਹੋ ਹੀ ਹਾਲ ਹੈ। ਕਿਉਂਕਿ ਅਸੀਂ ਗੁਰੂ ਉਪਦੇਸ਼ ਨੂੰ ਵਿਚਾਰਦੇ ਨਹੀਂ, ਉਹਨੂੰ ਆਪਾਂ ਮੰਨਦੇ ਨਹੀਂ। ਜੇ ਆਪਾਂ ਗੁਰੂ ਉਪਦੇਸ਼ ਨੂੰ ਸੁਣ ਕੇ, ਸਮਝ ਕੇ, ਵਿਚਾਰ ਕੇ ਉਹਨੂੰ ਆਪਾਂ ਸਹੀ ਰੂਪ ਦੇ ਵਿੱਚ ਆਪਣੇ ਜੀਵਨ ਵਿੱਚ ਧਾਰੀਏ,
ਤਾਂ ਸੱਚੀ ਮੁੱਚੀ ਸਾਡਾ ਜੀਵਨ ਸੁਖੀ ਹੋ ਜਾਵੇਗਾ। ਕਰਕੇ ਵੇਖੋ, ਜੇ ਕੋਈ ਘਾਟਾ ਪਏਗਾ ਤਾਂ ਮੇਰੇ ਤੋਂ ਲੈ ਲੈ, ਸਾਹਮਣੇ ਬੈਠਾ ਤੁਹਾਡੇ, ਕਰਕੇ ਵੇਖੋ। ਗੁਰੂ ਦਾ ਉਪਦੇਸ਼ ਕੀ ਹੈ? ਹਿੱਕ ਫਿੱਕਾ ਨਾ ਗੱਲ ਆਏ, ਸਭਨਾ ਮੈਂ ਸੱਚਾ ਤਾਂ ਨਹੀਂ। ਸਾਰਿਆਂ ਦੇ ਵਿੱਚ ਪ੍ਰਭੂ ਵਸਦਾ ਹੈ, ਕਿਸੇ ਨੂੰ ਫਿੱਕਾ ਨਾ ਬੋਲ। ਆਪਾਂ ਫਿੱਕਾ ਬੋਲਣੋਂ ਹਟਦੇ ਹੀ ਨਹੀਂ। ਫਿਰ ਅਸੀਂ ਆਨੇ ਆ ਮੇਰੀ ਮੰਗ ਨਹੀਂ ਗੁਰੂ ਨੇ ਮੰਨੀ, ਮੈਨੂੰ ਪੁੱਤ ਨਹੀਂ ਦਿੱਤਾ, ਮੈਨੂੰ ਕਾਰ ਨਹੀਂ ਦਿੱਤੀ। ਮਿੱਠਾ ਬੋਲਣ ਤੇ ਜ਼ੋਰ ਨਹੀਂ ਲੱਗਦਾ। सो साध संगत जी, गुरु का वचन ने गुरु के चरनी लग्या काल कलेश मिटाए सतगुर। कलेश मिट जाते हैं साडे, पक्की गल है। ते आपां अपने परिवार चों कलेश मिटाइए ना। कलेश मिटा के वेखो किन्ना सुखपूर्वक जीवन हुंदा। कलेश मिटाउण लई गुरु दा उपदेश धारण करन दी लोड़ है। गुरु उपदेश दे विच बहुत कुछ है। गुरु की कृपा नाल फिर की हुंदा है? गुरबाणी विच सच्चे पातशाह लिखदे ने, गुर कै बचन सुन रसन वखाणी, फिर गुर कृपा ते अंमृत मेरी बाणी। गुर कृपा ते अंमृत मेरी बाणी, मेरे बचन, मेरी भाषा जिहड़ी सी गुरु की कृपा नाल वो भी मिठी हो गई। अंमृत तो भाव मिठे तो है। इत्थे अंमृत जिहड़ा पंज सिंह तैयार करते हैं उहदे तो भाव नहीं, इत्थे भाव मिठे तो है। क्योंकि इक्को ही शब्द दे वक्खो वखरे वाक दे विच वक्खो वखरे समय अनुसार वक्खो वखरे अर्थ हुंदे ने। सो साध संगत जी, आपां भी अपनी बाणी नूं मिठा करिए। मैं आप जी नूं कुछ बेनतियां अगे पिछले कुछ दिनों विच करदा पिया परिवारक जीवन सुखी करन वास्ते। अज एक होर बेनती आप जी नूं करन लगा। मेरी बेनती नूं अपने अंदर थां दिओ, उहदे ते कुछ काम करके वेखो ते वेखो गुरु किवें आप जी ते खुशियां करदा। साध संगत जी, आप जी ने गुरबाणी विच सुनिया है ना कि उत्थे सतगुरु दे वास्ते लिखिया है, बिन बोलत मेरी बिरथा जानी। बिना बोले तो मेरे मन दी कोई जिहड़ी इच्छा सी जां कोई दुख भरी विथया सी, वो मेरे सतगुरु ने समझ ली। बिन बोलत मेरी बिरथा जानी। इस करके जदों ये हुंदा ना ते फिर प्रभ मेरा अंतरजामी जान, अंदर दियां बुझण वाला नूं मान के बड़ी पक्की फिर शरधा बजदी। चलो आपां अंतरजामी तां हुंदियां बड़ी देर लगदी है, समा लगदा है। जे प्रभु दा रूप होईए ते असीं भी अंतरजामी हो सकदे हां, पर आपां बाहर जामी हो जाइए। बहुत चंगियां मावां जिहड़ियां ने उन्हां नूं ये पता लग जाता है कि मेरे बच्चे नूं की तकलीफ हो रही है इस वेले, मेरे बच्चे नूं कदों भुख लग पई है, हुण मेरे बच्चे नूं किस चीज़ की लोड़ है। सो इस करके साध संगत जी, वो क्यों पता लगता है? क्योंकि वो ध्यान केंद्रित करदियां ने उत्थे ते समझण दा यतन करदियां ने कि मेरे बच्चे दा शरीर, चेहरा की मैनू दिस रहा ते उहदे तो मैं की अर्थ कढने ने। कई बारी वो चेत मन च कुछ करदियां ने, कई बारी अचेत मन विच ही ये करी जांदियां ने। सो जे आप जी भी करोगे तो आप जी चेत मन च करो, हौली हौली अर्ध चेत जाएगा, फिर अचेत में चले जाएगा। तो आप जी अज मेरी बेनती नूं उचेचा ध्यान दिओ कि अपने परिवार दे 4-5 जियां दा सुभाव समझना शुरू करो। आपां परिवारक जीवन सुखी करना ना।
ਆਪਣੇ ਪਰਿਵਾਰ ਦੇ 4-5 ਜੀਆਂ ਦਾ ਸੁਭਾਅ ਸਮਝਣਾ ਸ਼ੁਰੂ ਕਰੋ। ਕਿਵੇਂ? ਮੇਰੇ ਪਤੀ ਨੂੰ, ਮੇਰੇ ਪਤਨੀ ਨੂੰ, ਮੇਰੇ ਬੱਚੇ ਨੂੰ, ਮੇਰੇ ਪਿਤਾ ਜੀ ਨੂੰ, ਭੈਣ ਜੀ ਨੂੰ, ਭਰਾ ਜੀ ਨੂੰ, ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਚੰਗੀ ਲੱਗਦੀ ਹੈ। ਭੋਜਨ ਤੋਂ ਸ਼ੁਰੂ ਹੋ ਜਾਈਏ। ਕਿਸੇ ਨੂੰ ਜਲੇਬੀਆਂ ਚੰਗੀਆਂ ਲੱਗਦੀਆਂ, ਕਿਸੇ ਨੂੰ ਪਕੌੜੇ, ਕਿਸੇ ਨੂੰ ਮਿਰਚਾਂ ਵਾਲੀ ਦਾਲ ਸਬਜ਼ੀ, ਕਿਸੇ ਨੂੰ ਠੰਡੀ ਕੁਲਫੀ, ਕਿਸੇ ਨੂੰ ਰਸਗੁੱਲੇ, ਗੁਲਾਬ ਜਾਮਣ, ਮੈਨੂੰ ਢੋਕਲਾ ਜਿਵੇਂ ਚੰਗਾ ਲੱਗਦਾ ਹੁੰਦਾ ਸੀ, ਹੁਣ ਮਾਫਕ ਨਹੀਂ ਆਉਂਦਾ। ਅਤੇ ਜਲੇਬੀਆਂ ਬੜੀਆਂ ਪਸੰਦ ਨੇ, ਪਰ ਉਹ ਵੀ ਖਾਣੀਆਂ ਨਹੀਂ ਹੁੰਦੀਆਂ, ਮਾਫਕ ਨਹੀਂ ਆਉਂਦੀਆਂ। ਸੋ ਇਸ ਤਰ੍ਹਾਂ ਹੀ ਚਲੋ, ਮਾਫਕ ਜਿਹੜੀ ਚੀਜ਼ ਨਾ ਆਵੇ ਇੱਕ ਵੱਖਰੀ ਗੱਲ ਹੈ, ਉਹ ਨਾ ਦਿਓ ਜੇ ਕਿਸੇ ਨੂੰ ਬਿਮਾਰ ਕਰਨ ਲਈ। ਪਰ ਭਾਵ ਇਹ ਹੈਗਾ ਕਿ ਇੱਕ ਸੂਚੀ ਲਿਖ ਕੇ ਬਣਾਓ ਕਿ ਮੇਰੇ ਪਰਿਵਾਰ ਦੇ ਜੀਆਂ ਨੂੰ ਕਿਹੜੀ ਕਿਹੜੀ ਚੀਜ਼ ਪਸੰਦ ਹੈ, ਕਿਹੜੀ ਚੀਜ਼ ਖਾਣ ਦੇ ਵਿੱਚ, ਭੋਜਨ 'ਚ ਕਿਹੜੀ ਪਸੰਦ ਹੈ, ਉਹਨਾਂ ਨੂੰ ਕੱਪੜੇ ਕਿਸ ਤਰ੍ਹਾਂ ਦੇ ਪਸੰਦ ਨੇ। ਭੈਣ ਨੂੰ, ਘਰਵਾਲੀ ਨੂੰ, ਮਾਂ ਨੂੰ ਫੁੱਲਾਂ ਵਾਲੇ ਪਸੰਦ ਨੇ ਕਿ ਸਾਦੇ ਰੰਗਦਾਰ ਕਿ ਚਿੱਟੇ। ਇਸੇ ਤਰ੍ਹਾਂ ਉਹਨਾਂ ਨੂੰ ਕਿਹੜੀ ਤਰ੍ਹਾਂ ਦੇ ਗੀਤ ਪਸੰਦ ਨੇ, ਕਿਹੜੀ ਤਰ੍ਹਾਂ ਦੀਆਂ ਗੱਲਾਂ ਪਸੰਦ ਨੇ। ਕਿਉਂਕਿ ਸਾਡੀ ਆਦਤ ਇੱਕ ਵਿਸ਼ੇਸ਼ ਕਾਰਨਾਂ ਕਰਕੇ ਵਿਸ਼ੇਸ਼ ਪ੍ਰਕਾਰ ਦੀ ਬਣ ਜਾਂਦੀ ਹੈ। ਉਹਨਾਂ ਵਿਸ਼ੇਸ਼ ਪ੍ਰਕਾਰਾਂ ਦੇ ਵਿੱਚ ਸਾਡੀ ਇੱਕ ਆਦਤ ਗੱਲਾਂ ਦੀ ਵੀ ਉਚੇਚੀ ਬਣ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਦੁਖਿਆਰੇ ਮਿਲ ਦੁਖਿਆਰਿਆਂ ਦੁੱਖ ਰਵੰਦੇ। ਜਿਨ੍ਹਾਂ ਨੂੰ ਦੁਖੀ ਰਹਿਣ ਦੀ ਇੱਕ ਆਦਤ ਬਣ ਗਈ ਹੁੰਦੀ ਹੈ, ਜਾਂ ਕਿਸੇ ਸਮੇਂ ਮਨ ਦੁਖੀ ਹੋਇਆ ਹੁੰਦਾ, ਅਤੇ ਜਦੋਂ ਦੂਸਰਾ ਦੁਖੀ ਉਹਨਾਂ ਨਾਲ ਆ ਕੇ ਦੁੱਖ ਫੋਲਦਾ, ਅਤੇ ਬੜੇ ਚਾਅ ਨਾਲ ਫਿਰ ਦੋਵੇਂ ਜਣੇ ਆਪੋ ਆਪਣੇ ਮਨ ਫੋਲ ਕੇ ਅਤੇ ਇੱਕ ਦੂਜੇ ਨਾਲ ਆਪਣੇ ਢਿੱਡ ਦੀਆਂ ਗੱਲਾਂ ਕਰਦੇ ਨੇ। ਸੋ ਇਸੇ ਤਰ੍ਹਾਂ ਸਾਡੇ ਪਰਿਵਾਰ ਵਿੱਚ ਵੀ ਹਰ ਜੀਅ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀਆਂ ਗੱਲਾਂ ਸੁਣਨ ਅਤੇ ਕਰਨ ਦਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਹੁੰਦਾ, ਆਦਤ ਬਣ ਗਈ ਹੁੰਦੀ ਹੈ। ਉਹ ਵੀ ਲਿਖੋ ਕਿ ਮੇਰੇ ਪਰਿਵਾਰ ਦੇ ਕਿਹੜੇ ਕਿਹੜੇ ਜੀਅ ਨੂੰ ਕਿਹੋ ਜਿਹੀਆਂ ਗੱਲਾਂ ਕਰਨ ਦੀ ਆਦਤ ਹੈ। ਦਾਲ ਸਬਜ਼ੀ ਦੇ ਬਾਰੇ ਵੀ ਕਿਹੋ ਜਿਹੀ ਕਿਹੜੀ ਰਿੰਨੀ ਹੈ, ਸੂਟਾਂ ਬਾਰੇ, ਗਹਿਣਿਆਂ ਬਾਰੇ, ਗੁਆਂਢੀਆਂ ਦੀ ਚੁਗਲੀ ਕਰਨ ਬਾਰੇ, ਜਾਂ ਰਾਜਨੀਤੀ ਬਾਰੇ, ਜਾਂ ਸਿੱਖ ਪੰਥ ਬਾਰੇ, ਜਾਂ ਫਿਲਮਾਂ ਜਾਂ ਸੀਰੀਅਲ ਦੇ ਉੱਤੇ ਕੋਈ ਆਲੋਚਨਾ ਕਰਨ ਬਾਰੇ, ਜਾਂ ਆਪਣਾ ਜੀਵਨ ਉੱਚਾ। ਇਸ ਤਰ੍ਹਾਂ ਵੱਖੋ ਵੱਖਰੇ ਕਈ ਵਿਸ਼ੇ ਹੁੰਦੇ ਨੇ, ਸਿਰਫ ਇੱਕੋ ਹੀ ਨਹੀਂ ਹੁੰਦਾ। ਕਈ ਤਰ੍ਹਾਂ ਦੀਆਂ ਗੱਲਾਂ ਸੁਣ ਪੜ੍ਹ ਕੇ ਉਹ ਖੁਸ਼ ਹੁੰਦੇ ਨੇ। ਇਸੇ ਤਰ੍ਹਾਂ ਇਹ ਵੀ ਧਿਆਨ ਕਰੋ ਕਿ ਮੇਰੇ ਪਰਿਵਾਰ ਦਾ ਕਿਹੜਾ ਜੀਅ ਘਰ ਦੇ ਵਿੱਚ ਸਾਫ਼ ਸਫਾਈ ਰੱਖ ਕੇ ਖੁਸ਼ ਹੈ ਅਤੇ ਕਿਹੜਾ ਨਹੀਂ ਰੱਖ ਕੇ ਖੁਸ਼, ਜਾਂ ਖਿਲਾਰਾ ਪਿਆ ਤੇ ਪਿਆ ਹੀ ਹੈ, ਸਮੇਟ ਕੇ ਨਹੀਂ ਖੁਸ਼ ਹੈਗਾ। ਇਹ ਵੀ ਇੱਕ ਬੜੀ ਵੱਖਰੀ ਤਰ੍ਹਾਂ ਦੀ ਇੱਕ ਆਦਤ ਸਭ ਦੀ ਹੁੰਦੀ ਹੈ। ਕਿਉਂਕਿ ਇੱਕ ਸੋਚ ਤਾਂ ਇਹ ਹੁੰਦੀ ਹੈ ਨਾ ਕਿ ਬਿਸਤਰਾ ਜਿਹੜਾ ਹੈ ਉਹਨੂੰ ਸਾਰੇ ਨੂੰ ਕੰਬਲ ਚਾਦਰਾਂ ਨੂੰ ਤੈਅ ਕਰਨ ਦੀ ਕੀ ਲੋੜ ਹੈ, ਮੁੜ ਕੇ ਵੀ ਤੇ ਆ ਕੇ ਸੌਣਾ ਹੀ ਹੈ ਨਾ। ਗੱਲ ਤੇ ਗਲਤ ਨਹੀਂ ਹੈਗੀ, ਗੱਲ ਤੇ ਉਹ ਵੀ ਠੀਕ ਹੈ। ਇੱਕ ਕਿਸੇ ਮਨੁੱਖ ਨੂੰ ਦੂਸਰੇ ਮਨੁੱਖ ਨੇ ਆਖਿਆ ਕਿ ਭਾਈ ਤੂੰ ਟੱਟੀ ਵਿੱਚ ਗਿਆ ਸਾਂ ਅਤੇ ਉੱਥੇ ਪਿਸ਼ਾਬ ਕਰਕੇ ਆਇਆ ਅਤੇ ਪਾਣੀ ਡੋਲ ਦੇ। ਉਹਦਾ ਅੱਗੋਂ ਉੱਤਰ ਸੀ ਕਿ ਪਾਣੀ ਡੋਲਣ ਦੀ ਕੀ ਲੋੜ ਹੈ, ਮੁਸ਼ਕ ਵਾਲੇ ਥਾਂ ਤੋਂ ਤਾਂ ਮੁਸ਼ਕ ਹੀ ਆਉਣੀ ਹੈ। ਉੱਤਰ ਉਹਦਾ ਵੀ ਠੀਕ ਹੈ, ਪਰ ਉਹਦੇ ਉੱਤਰ ਦਾ ਪ੍ਰਤੀ ਉੱਤਰ ਇਹ ਹੈ ਕਿ ਜਦੋਂ ਜੇ ਉੱਥੇ ਆਪਾਂ ਪਾਣੀ ਡੋਲਿਆ ਹੋਏਗਾ ਤਾਂ ਜਿੰਨਾ ਚਿਰ ਆਪਾਂ ਨੂੰ ਬਹਿਣਾ ਪਏਗਾ ਪਿਸ਼ਾਬ ਕਰਨ ਲਈ, ਉਨਾ ਚਿਰ ਆਪਾਂ ਨੂੰ ਮੁਸ਼ਕ ਨਹੀਂ ਆਏਗੀ, ਜਾਂ ਬਹੁਤ ਘੱਟ ਆਏਗੀ, ਆਪਾਂ ਨੂੰ ਔਖ ਨਹੀਂ ਹੋਏਗੀ। ਸੋ ਪਰ ਮੇਰਾ ਗੱਲ ਕਰਨ ਦਾ ਸੁਭਾਅ, ਦੱਸਣ ਦਾ ਭਾਵ ਇਹ ਹੈਗਾ ਕਿ ਇਹ ਵੱਖਰੇ ਵੱਖਰੀ ਤਰ੍ਹਾਂ ਦੇ ਸਭ ਦੇ ਸੁਭਾਅ ਹੁੰਦੇ ਨੇ। ਉਹ ਸਾਰੇ ਸੁਭਾਅ ਨੂੰ ਆਪਾਂ ਸਮਝੀਏ, ਆਪਣੇ ਪਰਿਵਾਰ ਦੇ ਜੀਆਂ ਦੇ ਸੁਭਾਅ ਨੂੰ ਸਮਝੋ ਅਤੇ ਲਿਖੋ। ਕਾਗਜ਼ 'ਤੇ ਸੰਗ ਨਾ ਕਰੋ, ਆਪਣੇ ਮੋਬਾਈਲ 'ਚ ਵੀ ਲਿਖੀ ਜਾਓ, ਅਤੇ ਫਿਰ ਆਪਣੇ ਸੁਭਾਅ ਨੂੰ ਵੀ ਕੁਛ ਸਮਝੋ। ਜੇ ਆਪ ਨੂੰ ਨਹੀਂ ਸਮਝ ਆਉਂਦੀ ਤਾਂ ਆਪਣੇ ਬਾਕੀ ਦੇ ਜੀਆਂ ਨੂੰ ਪੁੱਛ ਲਓ ਕਿ ਮੇਰਾ ਸੁਭਾਅ ਕੀ ਹੈ। ਬੜੀ ਔਖੀ ਗੱਲ ਹੈ ਵੈਸੇ, ਪਰ ਕੁਛ ਨਾ ਕੁਛ ਤਾਂ ਪਤਾ ਲੱਗੇਗਾ ਹੀ ਨਾ। ਫਿਰ ਜਦੋਂ ਆਪਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਦਾ ਸੁਭਾਅ ਸਾਨੂੰ ਪਤਾ ਲੱਗ ਜਾਏਗਾ, ਫਿਰ ਆਪਾਂ ਉਹਦੇ ਅਨੁਸਾਰ
कुछ हद तक किरिया करनी शुरू करिए, कोई कोई काम उहदे मुताबक करिए, उहदे नाल वो प्रसन्न होने शुरू हो जाएंगे। वो प्रसन्न होने शुरू हो जाएंगे तो घर का कलेश मिट जाए। बड़ी सौखी जी गल है, पर बड़ी औखी गल है, क्योंकि एक नवा काम करना है ना। नवीं लीह पाउण लग्या, तुहानूं पता है कि नवें खेतां दे विच जदों लीह पाईए, कदी टिब्बियां दे विच गड्ढे फस जांदे ने, ते कदी मस्तानगढ़ की चीकनी मिट्टी दे विच फस के उत्थे चूले गड्ढियां दे टुट जांदे ने, डंगर विच फस जांदे ने, ट्रालियां टुट जांदियां, खुब जांदियां, बड़ी मुश्किलां हुंदियां ने। पर अपने आप नूं भी एक नवीं आदत पाउण लग्या वाहवा औख हुंदी है। पर जे एक बारी पा लोगे, थोड़े दिन ही अभ्यास करोगे, फिर हर रोज़ थोड़ा थोड़ा करते रहोगे, ਉਹਦੇ ਨਾਲ पक्की गल है लाभ होवेगा ही होवेगा, नुकसान कोई नहीं होने लगा। ये वो काम है कि जेड़ा कीतियां और बिना पुछे तो कीतियां आप जी नूं अत्यंत खुशियां अपने परिवार चों मिल सकदियां ने। फर्ज करो जे तुसी बुझ लैंदे हो कि मेरे पिता जी ने जलेबियां चंगियां लगदियां ने उन्होंने, तो तुसी बिना उन्हां दे आखे तो जे जलेबियां लिया के दोगे तो किन्नियां खुशियां मिलणगियां। नंबर 2 ते जो आखण के काका मैनू लिया के दे, तो फिर वो दूसरी गल है। जो आखण ही ना ते बिना आखे तो आपां उन्हां दे मन की इच्छा पूरी करिए, तो फिर बिन बोल तो बिरथा जानी वाली गल हो गई ना। जे अंतरजामी नहीं तो अंतर पजामी तो आपां हो गए ना। सो प्यारे हो, तुसी ये करके वेखो, तो इस तरह अपना सुभाव बारे भी जानिए। जदों आपां अपने सुभाव बारे जाणांगे, अपने सुभाव बारे जान के अपने सुभाव दे विचों कुछ माड़ियां आदतां छड्डणियां ने ते चंगियां ग्रहण करनियां ने। इत्थे एक होर भी गल ध्यान च रखण वाली है कि परिवार दे जीआं दे सुभाव दा जे सानूं पता लग ही गया कि उन्हां दा सुभाव आ है, ते ਉਹਦੇ ਵਿੱਚ कई चीज़ां उन्हां दे सुभाव दे विच कई काम ਉਹ ਹੁੰਦੇ ਨੇ ਜਿਹੜੇ परिवार वास्ते नुकसानदेह हुंदे ने, जां उन्हां दे अपने शरीर लई भी ਉਹ नुकसानदेह हुंदे ने। बहुती खंड खानी, तलियां चीज़ां खाणियां आदि, जे उन्हां दी उस चीज़ की भी इच्छा हुंदी होवे तां आपां अपनी खुशी वास्ते उन्हां दा जीवन भी नहीं खराब करना, उन्हां नूं रोगी नहीं करना। पर यह हैगा कि उन्हां नूं आखना पिता जी नहीं, तुसीं 5 करेले नहीं छकने, आ लो अद्धा क करेला थोड़ा जिहा छक लो, अपना स्वाद पूरा कर लो, बाकी दी तली चीज़ मसाले वालियां नहीं आपां खाणियां। ਉਹਦੇ ਨਾਲ ਦੋਵੇਂ चीज़ां पूरियां हो जांदियां ने। सारियां गल्लां ते ना किसी दियां मन्नियां जा सकदियां ने ते ना ही मन्नणियां चाहीदियां ने। पर जिन्नियां क योग इच्छावां किसी दियां पूरियां कीतियां जा सकन, सौखियां सौखियां, बहुत औखियां हो के नहीं, पुट्ठे लटक के नहीं, वो कर देण ना। जे सानू नुकसान ना हुंदा होवे तो साडे परिवार दा जी कोई खुश हुंदा होवे, सज्जन मित्र खुश हुंदा होवे, तो आपां नूं नुकसान की है। ये करके वेखो, फिर हफ्ते 10 दिनां दे विच हौली हौली सब दे सुभाव समझो, लिखो, फिर इनू अपने जीवन दे विच ढालो। तो फिर जे कोई नुकसान होएगा तो मैनू दस दो, जे लाभ होएगा तो फिर चुप करके बांह सराणे धर के सौं जिओ जे, क्योंकि कलेश मिट गया तो नींद चंगी आउंदी है ना। जदों कलेश होया होवे घर दे विच फिर नींद नूं कोई नहीं आउंदी। इस करके गुरु चरनी लगन दा मतलब ये है, धर्मी बनन दा मतलब ये है कि साडा जीवन सुखी होवे। ये जीवन तां सुखी होएगा जे गुरु का बचन मनांगे। गुरु का बचन जिहड़ा वो हैगा कि विचारवान बनो, विवेक बुद्ध सब जग में निर्मल, बेचर बेचर रस पीजै। सो आप भी विचारवान बन के इन्हां सारियां चीज़ां नूं विचारो कि असी दुखी क्यों हाँ, सुखी किवें होना है। ते जिहड़ियां बेनतियां मैं कीतियां ने ये बेनतियां प्रवान करो। सतगुरु जी कृपा करन, आप जी दे उत्ते खुशियां बख्शण, आप जी नूं हरेक तरह सुखी करन। सारे ही आखो धन सतगुरु हरगोबिंद सच्चे पातशाह। फिर आखो धन सतगुरु राम सिंह जी। सत श्री अकाल।